ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 2 ਅਕਤੂਬਰ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਜ਼ਰਾ ਰੱਖ ਲਈਏ ਔਰ ਖਬਰ ਹੈ ਪਾਕਿਸਤਾਨ ਦੀ ਐਕਸਪੋਰਟ ਦੇ ਬਾਰੇ। ਲੇਕਿਨ ਉਸ ਤੋਂ ਪਹਿਲਾਂ ਇਹ ਵੀ ਦੱਸ ਦਈਏ ਕਿ 58 ਡੇਜ਼ 58 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਦੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ ਤੇ। ਲੇਕਿਨ ਜਿਹੜੀਆਂ ਮੁਲਕ ਦੇ ਉੱਤੇ ਮਿਹਰਬਾਨੀਆਂ ਨੇ ਨਵਾਜ਼ ਸ਼ਾਹ ਨੇ ਫੀਲਡ ਮਾਰਸ਼ਲ ਸਾਹਿਬ ਦੀਆਂ, ਜਿਹੜੀਆਂ ਉਹਨਾਂ ਦੀਆਂ ਮਿਹਨਤਾਂ ਨੇ ਦਿਨ ਰਾਤ ਦੀਆਂ, ਉਹ ਹੁਣ ਸਿਰ ਚੜ੍ਹ ਕੇ ਬੋਲ ਰਹੀਆਂ ਨੇ। ਮਤਲਬ ਕਿ ਉਹ ਕੋਠੇ ਤੇ ਚੜ੍ਹ ਕੇ, ਛੱਤ ਤੇ ਚੜ੍ਹ ਕੇ ਹੁਣ ਉਹ ਬਾਂਗਾਂ ਦੇ ਰਹੀਆਂ ਨੇ। ਮਤਲਬ ਵੱਡੇ ਵੱਡੇ ਐਲਾਨ ਹੋ ਰਹੇ ਨੇ ਕਿ ਫੀਲਡ ਮਾਰਸ਼ਲ ਸਾਹਿਬ ਨੇ ਜਿਹੜੀ ਦਿਨ ਰਾਤ ਮਿਹਨਤ ਕੀਤੀ, ਉਹਨਾਂ ਦੀ SIFC ਨੇ ਜਿਹੜੀ ਉਹਨਾਂ ਨੇ ਮਈਸ਼ਤ ਨੂੰ ਬਿਹਤਰ ਕੀਤਾ, ਉਹਦੇ ਨਤੀਜੇ ਆਉਣਾ ਸ਼ੁਰੂ ਹੋ ਗਏ ਨੇ। ਮੁਬਾਰਕਾਂ। ਪਹਿਲੀ ਮੁਬਾਰਕ ਇਹ ਕਿ ਪਾਕਿਸਤਾਨ ਦੀ ਇੱਕ ਬੜੀ ਵੱਡੀ ਕੰਪਨੀ ਗੁਲ ਅਹਿਮਦ ਟੈਕਸਟਾਈਲ, ਉਹਨਾਂ ਨੇ ਐਕਸਪੋਰਟ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਪਾਕਿਸਤਾਨ ਦੀਆਂ ਜਿਹੜੀਆਂ 4, 5, 7 ਵੱਡੀਆਂ ਕੰਪਨੀਆਂ ਨੇ ਉਹਨਾਂ ਦੇ ਵਿੱਚੋਂ ਹੈ। ਅੱਛਾ, ਜ਼ਿਹਨ 'ਚ ਰੱਖੋ ਕਿ ਸਾਡੀ ਜਿਹੜੀ ਐਕਸਪੋਰਟ ਹੈ ਨਾ, ਸਾਡੀ ਜਦੋਂ ਇਮਰਾਨ ਖਾਨ ਸਾਹਿਬ ਦੀ ਹਕੂਮਤ ਸੀ ਤੇ ਕੋਈ ਤਕਰੀਬਨ 60 ਅਰਬ ਡਾਲਰ ਦੀ ਸਾਡੀ ਉਹਦੇ ਕਰੀਬ 55-60 ਅਰਬ ਡਾਲਰ ਦੇ ਕਰੀਬ ਸਾਡੀ ਜਿਹੜੀ ਹੈ ਉਹ ਆਮਦਨ ਕਹਿ ਲਓ। ਉਹਦੇ 'ਚੋਂ 30 ਅਰਬ ਜਿਹੜੀ ਹੈ ਉਹ ਐਕਸਪੋਰਟ ਤੋਂ ਆਉਂਦੀ ਸੀ ਤੇ 30 ਅਰਬ ਹੀ ਜਿਹੜੀ ਹੈ 25 ਆਉਂਦੀ ਸੀ ਐਕਸਪੋਰਟ ਤੋਂ, ਔਰ 30 ਅਰਬ ਜਿਹੜੀ ਓਵਰਸੀਜ਼ ਪਾਕਿਸਤਾਨੀ ਭੇਜਦੇ ਸਨ। ਇਹ ਜਿਹੜੀ ਸਾਡੀ ਐਕਸਪੋਰਟ ਹੈ ਉਹਦੇ ਵਿੱਚੋਂ 60% ਟੈਕਸਟਾਈਲ ਦਾ, ਮਤਲਬ ਭਾਰੀ ਹਿੱਸਾ ਜਿਹੜਾ ਸਾਡੀ ਐਕਸਪੋਰਟ ਦਾ ਉਹ ਟੈਕਸਟਾਈਲ ਕਵਰ ਕਰਦਾ ਹੈ। ਹੁਣ ਗੁਲ ਅਹਿਮਦ ਟੈਕਸਟਾਈਲ ਜਿਹੜਾ ਇੱਕ ਵੱਡਾ ਨਾਂ ਹੈ, ਸੋਚੋ ਉਹਨਾਂ ਦਾ ਕਿੱਡਾ ਮਹਿੰਗਾ ਪਲਾਂਟ ਹੋਏਗਾ, ਕੈਸੀ ਮਸ਼ੀਨਰੀ ਹੋਏਗੀ, ਕਿਉਂਕਿ ਉਹ ਇੱਕ ਮੋਸਟ ਕੰਪੈਰੇਟਿਵ ਕੰਪਨੀ, ਕਿਤਨੀ ਇਨਵੈਸਟਮੈਂਟ ਕੀਤੀ ਹੋਏਗੀ। ਉਹਨਾਂ ਨੇ ਆਪਣਾ ਜਿਹੜਾ ਐਕਸਪੋਰਟ ਯੂਨਿਟ ਹੈ ਉਹ ਜਾਂ ਮਿਲ ਹੈ ਉਹਨੂੰ ਉਹਨਾਂ ਨੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਵਜ੍ਹਾ ਮੈਂ ਤੁਹਾਨੂੰ ਦੱਸ ਹੀ ਦਿੱਤੀ ਕਿ ਜੋ ਸੂਰਤ ਹਾਲ ਬਣੀ ਹੈ, ਜੋ ਪਾਕਿਸਤਾਨ ਦੇ ਵਿੱਚ ਇਸ ਵੇਲੇ ਲੌਲੈਸਨੈਸ ਹੈ, ਜੋ ਅਫਰਾ ਤਫਰੀ ਹੈ, ਜੋ ਇਸ ਵੇਲੇ ਬਿਜਲੀ ਦੇ ਰੇਟ ਨੇ, ਜੋ ਦੂਜੀਆਂ ਲੇਬਰ ਦੇ ਜੋ ਹਾਲਾਤ ਨੇ, ਜੋ ਕੁਝ ਇਹਨਾਂ ਨੇ ਪੂਰੇ ਮੁਲਕ 'ਚ ਕਿਓਸ ਬਣਾ ਦਿੱਤਾ ਹੈ। ਕਾਰੋਬਾਰੀ ਬੰਦਾ ਕਿੱਥੋਂ ਕਾਰੋਬਾਰ ਕਰੇ? ਇਹ ਹੁਣ ਇਹਦੇ ਵਿੱਚ ਹਜ਼ਾਰਾਂ ਲੋਕੀ ਹੋਣਗੇ ਜਿਹੜੇ ਬੇਰੁਜ਼ਗਾਰ ਹੋਏ ਨੇ। ਇਹ ਕੋਈ ਪਹਿਲੀ ਕੰਪਨੀ ਨਹੀਂ ਜਿਹੜੀ ਬੰਦ ਕਰ ਰਹੀ ਹੈ ਆਪਣਾ ਕਾਰੋਬਾਰ। ਉਬਰ ਇੱਥੋਂ ਚਲੀ ਗਈ, ਤੁਹਾਡੇ ਸਾਹਮਣੇ ਕਿਹੜੀ ਕੰਪਨੀ, ਟੈਲੀਨੋਰ, ਅਸੀਂ ਕਿਹੜੀ ਕੰਪਨੀ ਤੁਹਾਨੂੰ, ਸ਼ੈਲ, ਟੋਟਲ, ਕੀ ਕੁਝ ਨਹੀਂ ਦੱਸਿਆ। ਇੱਥੇ ਰਹਿ ਕੋਈ ਸ਼ੈ ਨਹੀਂ ਗਈ ਸਿਵਾਏ ਫੀਲਡ ਮਾਰਸ਼ਲ ਸਾਹਿਬ ਤੇ ਉਹਨਾਂ ਦੇ ਕਰੋਨੀਜ਼ ਜਿਹੜੇ ਨੇ ਉਹਨਾਂ ਤੋਂ। ਫੀਲਡ ਮਾਰਸ਼ਲ ਸਾਹਿਬ ਦੀਆਂ ਜਿਹੜੀਆਂ ਮਿਹਰਬਾਨੀਆਂ ਨੇ, ਜਿਹੜੀਆਂ ਉਹਨਾਂ ਦੀਆਂ ਮਿਹਨਤਾਂ ਨੇ, ਇਹ ਹੁਣ ਸਿਰ ਚੜ੍ਹ ਕੇ ਬੋਲ ਰਹੀਆਂ ਨੇ। ਅਗਲੀ ਖਬਰ ਲੈ ਲਓ ਜ਼ਰਾ, ਉਹ ਵੀ ਇਹਦੇ ਨਾਲ ਦੀ ਹੈ। ਪਾਕਿਸਤਾਨ 'ਚ ਪੁਰਾਣੀਆਂ ਗੱਡੀਆਂ ਦਰਾਮਦ ਕਰਨ ਦੀ ਇਹਨਾਂ ਇਜਾਜ਼ਤ ਦੇ ਦਿੱਤੀ ਹੈ। ਇਹ ਹੁਣ ਇਹਨਾਂ ਦੇ ਜਿਹੜੇ ਕੋਈ ਟਾਊਟ ਸ਼ਾਊਟ ਹੋਣਗੇ ਨਾ, ਉਹ ਪੁਰਾਣੀਆਂ ਗੱਡੀਆਂ ਮੰਗਵਾਉਣਗੇ ਔਰ ਉਹਦੇ 'ਤੇ ਹੁਣ ਲੰਮੀਆਂ ਦਿਹਾੜੀਆਂ ਲਾਉਣਗੇ। ਜਿਹੜੇ ਲੋਕਾਂ ਨੇ ਇੱਥੇ, ਜਿਸ ਤਰ੍ਹਾਂ ਉਹ ਹੈਵਲ ਬਣ ਰਹੀ ਹੈ ਗੱਡੀ, ਟਿਓਟਾ ਬਣ ਰਹੀ ਹੈ, ਹੋਂਡਾ ਬਣ ਰਹੀ ਹੈ, ਹੈਵਲ ਮੇਰੇ ਖਿਆਲ ਚਾਈਨਾ ਤੋਂ ਬਣਦੀ, ਹੋਰ ਵੀ ਗੱਡੀਆਂ ਨੇ, ਕੀਆ ਸ਼ੀਆ ਦੀਆਂ ਜਾਂ ਦੂਸਰੀਆਂ ਗੱਡੀਆਂ ਵੀ ਇੱਥੇ ਬਣ ਰਹੀਆਂ ਨੇ। ਉਹ ਜਿਹੜੇ ਦੋਸਤਾਂ ਨੇ ਇੱਥੇ ਬੜੇ ਪ੍ਰੋਜੈਕਟ ਯੂਨਿਟ ਲਾਏ ਨੇ, ਹੁਣ ਜਦੋਂ ਤੁਸੀਂ ਬਾਹਰੋਂ ਗੱਡੀਆਂ ਸਸਤੀਆਂ ਮੰਗਵਾਉਣ ਦੀ ਇਜਾਜ਼ਤ ਦੇ ਦੋਗੇ ਤਾਂ ਉਹਨਾਂ ਦੀਆਂ ਗੱਡੀਆਂ ਤਾਂ ਨਹੀਂ ਵਿਕਣਗੀਆਂ। ਉਹਨਾਂ ਦੇ ਵਿੱਚੋਂ ਹੁਣ ਇੱਕ ਜਿਹੜੇ ਮਕਾਮੀ ਕਾਰਸਾਜ਼ ਕੰਪਨੀਆਂ ਨੇ ਸ਼ਿਕਵੇ ਕੀਤੇ ਨੇ, ਉਹਨਾਂ ਨੇ ਕਿਹਾ ਅਸੀਂ ਫਿਰ ਆਪਣੇ ਅਸੈਂਬਲੀ ਪਲਾਂਟ ਜਿਹੜੇ ਉਹ ਵੇਚ ਕੇ ਤੇ ਉੱਥੇ ਹਾਊਸਿੰਗ ਸੁਸਾਇਟੀਆਂ ਬਣਾ ਲਈਏ, ਇਹੀ ਕਰ ਲਈਏ। ਕਿਉਂਕਿ ਕਈਆਂ ਦੇ ਤਾਂ ਸ਼ਹਿਰਾਂ ਤੋਂ ਬਾਹਰ ਨੇ, ਉਹ ਵਿਚਾਰੇ ਉੱਥੇ ਹਾਊਸਿੰਗ ਸੁਸਾਇਟੀਆਂ ਵੀ ਨਹੀਂ ਬਣਾ ਸਕਦੇ, ਜ਼ਾਹਿਰ ਹੈ। ਲੇਕਿਨ ਹੁਣ ਉਹ ਪੁੱਛ ਰਹੇ ਨੇ ਵੀ ਕੀ ਕਰੀਏ, ਬੰਦ ਕਰ ਦਈਏ ਫੈਕਟਰੀਆਂ। ਗੁਲ ਅਹਿਮਦ ਤੇ ਬੰਦ ਹੋ ਗਈ, ਇਹਨਾਂ ਨੂੰ ਵੀ ਬੰਦ ਕਰਨ ਦਾ ਪੂਰਾ ਸਰਬੰਧ ਕਰ ਦਿੱਤਾ ਹੈ। ਇਹ ਜੇ ਜਨਾਬ ਸਾਡੇ ਫੀਲਡ ਮਾਰਸ਼ਲ ਸਾਹਿਬ ਦੀਆਂ ਮਿਹਰਬਾਨੀਆਂ ਜਿਹੜੀਆਂ ਰੋਜ਼ ਪਾਕਿਸਤਾਨ 'ਤੇ ਹੋਣ ਰਹੀਆਂ ਨੇ। ਅੱਗੋਂ ਜੀ ਸਦਰ ਟਰੰਪ ਸਾਹਿਬ ਨੇ ਕੱਲ੍ਹ ਪਰਸੋਂ ਆਪਣੇ ਜਰਨੈਲਾਂ ਨਾਲ ਜਿਹੜਾ ਖਿਤਾਬ ਕੀਤਾ ਸੀ, ਜਿਹਦੇ 'ਚ ਆਖਿਆ ਸੀ ਵੀ ਮੋਟੇ ਢਿੱਡਾਂ ਵਾਲੇ ਮੋਟੇ ਜਰਨੈਲ ਨਹੀਂ ਚਾਹੀਦੇ। ਉਹਨਾਂ ਦੇ ਵਜ਼ੀਰ ਦਿਫਾ ਨੇ ਆਖਿਆ ਸੀ, ਸਦਰ ਟਰੰਪ ਨੇ ਆਖਿਆ ਸੀ ਜਿਹੜਾ ਮੇਰੇ ਨਾਲ ਅਗਰੀ ਨਹੀਂ ਕਰਦਾ ਬਾਹਰ ਨਿਕਲ ਜਾਏ, ਰੈਂਕ ਤੋਂ ਵੀ ਕੱਢ ਦਿਆਂਗਾ, ਉਹਨੂੰ ਨੌਕਰੀ ਤੋਂ ਵੀ ਕੱਢ ਦਿਆਂਗਾ, ਉਹ ਇੱਥੋਂ ਚਲਾ ਜਾਏ। ਹੁਣ ਉਸੇ ਡਿਸਕਸ਼ਨ ਦੇ ਵਿੱਚ ਸਦਰ ਟਰੰਪ ਨੇ ਉੱਥੇ ਆਖਿਆ ਸੀ ਕਿ ਚਾਈਨਾ ਜਿਹੜਾ ਉਹ ਬਹਿਰੀ ਬੇੜਿਆਂ 'ਚ ਸਾਡੇ ਤੋਂ ਬਹੁਤ ਪਿੱਛੇ, ਆਬਦੋਜ਼ਾਂ 'ਚ ਬਹੁਤ ਪਿੱਛੇ, ਸਬਮੈਰੀਨਸ 'ਚ ਬਹੁਤ ਪਿੱਛੇ, ਲੇਕਿਨ ਉਹ ਬੜੀ ਛੇਤੀ ਕੰਮ ਕਰ ਰਹੇ ਨੇ ਅਤੇ ਸਾਡੇ ਲਾਗੇ ਆ ਜਾਣਗੇ। ਚਾਈਨਾ ਨੇ ਅੱਜ ਉਹਦਾ ਜਵਾਬ ਦਿੱਤਾ। ਆਪਣਾ ਉਹਨਾਂ ਨੇ ਜਿਹੜਾ ਫੌਜ ਦਾ ਸਰਕਾਰੀ ਅਕਾਊਂਟ ਹੈ ਉੱਥੋਂ ਉਹਨਾਂ ਨੇ ਇੱਕ ਬਹਿਰੀ ਜਹਾਜ਼ ਦੀ ਤਸਵੀਰ ਪੋਸਟ ਕੀਤੀ ਹੈ, ਜਿਹਦੇ 'ਤੇ KG 600 ਜਹਾਜ਼ ਅਤੇ ਉੱਤੇ ਅਰਲੀ ਵਾਰਨਿੰਗ ਦਾ ਨਿਜ਼ਾਮ ਜਿਹਦੇ ਉੱਤੇ ਹੁੰਦਾ ਹੈ, ਨਾਲ ਉਹਦੇ J-15 ਸਟੈਲਥ ਲੜਾਕਾ ਤਿਆਰਾ, J-35 ਇਹ ਜਿਹੜੇ ਉਹਨਾਂ ਦੇ ਮਾਡਰਨ ਤਰੀਨ ਏਅਰਕ੍ਰਾਫਟ ਨੇ, ਉਹਨਾਂ ਦੀਆਂ ਤਸਵੀਰਾਂ ਸ਼ਾਇਆ ਕੀਤੀਆਂ ਨੇ। ਉਹਨਾਂ ਨੇ ਸਦਰ ਟਰੰਪ ਨੂੰ ਇਹ ਪੈਗਾਮ ਦਿੱਤਾ ਹੈ ਕਿ ਅਸੀਂ ਕੋਈ 5 ਸਾਲ ਜਾਂ 10 ਸਾਲ ਜਾਂ 20 ਸਾਲ ਜਾਂ 30 ਸਾਲ ਪਿੱਛੇ ਨਹੀਂ ਜਨਾਬ ਕੋਲੋਂ, ਅਸੀਂ ਬਿਲਕੁਲ ਬਰਾਬਰ ਹੈ ਔਰ ਅਸੀਂ ਆਪਣਾ ਕੰਮ ਕਰ ਲਿਆ ਹੈ। ਹੁਣ ਇਹ ਦੇਖਦੇ ਹਾਂ ਆਉਣ ਵਾਲੇ ਵਕਤ 'ਚ ਇਹ ਮਾਮਲਾ ਕਿੱਧਰ ਜਾਂਦਾ, ਲੇਕਿਨ ਦੋਵੇਂ ਪਾਰਟੀਆਂ ਇੱਕ ਦੂਜੇ ਨੂੰ ਮਸਲ ਜ਼ਰੂਰ ਦਿਖਾ ਰਹੀਆਂ ਨੇ। ਸਦਰ ਟਰੰਪ ਇਹਨਾਂ ਨੂੰ ਧਮਕੀਆਂ ਲਾਉਂਦੇ ਨੇ ਅਤੇ ਉਹ ਅੱਗੋਂ ਤਸਵੀਰਾਂ ਜਾਰੀ ਕਰਕੇ ਆਪਣੀ ਤਾਕਤ ਜਿਹੜੀ ਉਹ ਦਿਖਾ ਰਹੇ ਨੇ, ਅਤੇ ਅਗਲੇ ਪਾਸਿਓਂ ਜਿਹੜਾ ਉਹਨਾਂ ਦਾ ਵੀ ਜਵਾਬ ਜਿਹੜਾ ਉਹ ਭਰਪੂਰ ਤਰੀਕੇ ਨਾਲ ਆ ਰਿਹਾ। ਅੱਛਾ ਜੀ, ਅੱਗੋਂ ਹੁਣ ਤੁਹਾਨੂੰ ਦੱਸਣਾ, ਤੁਹਾਨੂੰ ਇਹ ਤਾਂ ਪਤਾ ਹੀ ਹੈ ਕਿ US ਪਹਿਲਾਂ ਇਹ ਖਬਰ ਦੇ ਦਈਏ, ਫਿਰ ਜਾਵੇਦ ਚੌਧਰੀ ਸਾਹਿਬ ਵੱਲ ਜਾਣਾ ਹੈ। US ਗਵਰਨਮੈਂਟ ਸ਼ਟ ਡਾਊਨ ਹੋ ਗਈ ਹੈ। ਸ਼ਟ ਡਾਊਨ ਕਿਸ ਤਰ੍ਹਾਂ ਹੁੰਦੀ, ਮਤਲਬ ਬੰਦ ਹੋ ਗਈ ਆਰਜ਼ੀ ਤੌਰ 'ਤੇ।
ਇੱਥੇ ਜਿਸ ਵੇਲੇ ਬਜਟ ਹੁੰਦਾ ਨਾ ਉਹਦੇ ਤੇ ਵੋਟਿੰਗ ਹੋਣੀ ਹੁੰਦੀ ਹੈ ਤੇ US ਗਵਰਨਮੈਂਟ ਦੇ ਵਿੱਚ ਜਿਹੜੀ ਹਕੂਮਤੀ ਪਾਰਟੀ ਹੁੰਦੀ ਉਹਦੇ 'ਚ ਵੀ ਕਈ ਲੋਕ ਬਜਟ ਦੀਆਂ ਕੁਝ ਤਜਾਵੀਜ਼ ਦੇ ਨਾਲ ਮੁਖਾਲਫਤ ਕਰਦੇ ਨੇ। ਇਸ ਵਜ੍ਹਾ ਤੋਂ ਕਈ ਵਾਰੀ ਹਕੂਮਤ ਨੂੰ ਪੂਰੇ ਵੋਟ ਨਹੀਂ ਲੱਭਦੇ ਤੇ ਬਜਟ ਪਾਸ ਨਹੀਂ ਹੋ ਸਕਦਾ। ਜਦੋਂ ਬਜਟ ਪਾਸ ਨਹੀਂ ਹੁੰਦਾ ਤੇ ਹਕੂਮਤ ਕੀ ਕਰਦੀ ਹੈ, ਉਹ ਥੋੜ੍ਹੇ ਦਿਨਾਂ ਵਾਸਤੇ ਆਰਜ਼ੀ ਜਿਹਾ ਇੱਕ ਬਜਟ ਪਾਸ ਕਰ ਲੈਂਦੀ ਹੈ, 10 ਦਿਨ 15 ਦਿਨ ਮਹੀਨੇ ਵਾਸਤੇ, ਤੇ ਲੰਮਾ ਬਜਟ ਪਾਸ ਕਰਨ ਵਾਸਤੇ ਟਾਈਮ ਲੈ ਲੈਂਦੀ ਹੈ ਔਰ ਗਵਰਨਮੈਂਟ ਨੂੰ ਸ਼ਟ ਡਾਊਨ ਕਰ ਦਿੰਦੇ ਨੇ ਉਹਦੇ ਦਰਮਿਆਨ ਦੇ ਵਿੱਚ, ਜਦੋਂ ਤੱਕ ਉਹ ਆਰਜ਼ੀ ਬਜਟ ਵੀ ਪਾਸ ਨਹੀਂ ਹੁੰਦਾ ਜਾਂ ਹੋ ਵੀ ਜਾਏ। ਤੇ ਚੇਤੇ ਕਰੋ ਜੇ ਇਸ ਵੇਲੇ ਖੈਬਰ ਪਖਤੂਨਖਵਾ ਦੀ ਅਸੈਂਬਲੀ ਨੇ ਬਜਟ ਪਾਸ ਕਰਨ ਦਾ ਚੱਕਰ ਦੇ ਕੇ ਤੇ ਉਹ ਸਾਰਾ ਕੁਝ ਛੇਤੀ ਛੇਤੀ ਕੀਤਾ ਸੀ। ਯਾਦ ਕਰੋ ਮੈਂ ਤੁਹਾਨੂੰ ਉਦੋਂ ਦੱਸਿਆ ਸੀ ਕਿ ਗਵਰਨਮੈਂਟ ਸ਼ਟ ਡਾਊਨ ਵੀ ਹੋ ਜਾਏ ਤਾਂ ਕੋਈ ਰੌਲਾ ਨਹੀਂ, ਆਰਜ਼ੀ ਬਜਟ ਪਾਸ ਕਰ ਲਓ 15 ਦਿਨ ਦਾ, ਮਹੀਨੇ ਦਾ, ਫਿਰ ਪੂਰਾ ਬਜਟ ਲੰਬਾ ਪਾਸ ਕਰਨਾ। ਯਾਦ ਕਰੋ ਉਸ ਵੇਲੇ ਸਾਡੇ ਦੋਸਤਾਂ ਨੇ KP ਵਾਲਿਆਂ ਨੇ ਜ਼ਿਆਦਤੀ ਕੀਤੀ ਸੀ, ਚੀਫ ਮਿਨਿਸਟਰ ਸਾਹਿਬ ਨੇ ਵੀ ਜ਼ਿਆਦਤੀ ਕੀਤੀ ਸੀ, ਜਿਹੜੇ ਸਪੀਕਰ ਸਾਹਿਬ ਨੇ ਉਹਨਾਂ ਨੇ ਵੀ ਕੀਤੀ ਸੀ, ਕਾਬੀਨਾ ਨੇ ਵੀ ਕੀਤੀ ਸੀ, ਮੈਂਬਰਾਨ ਨੇ ਵੀ ਕੀਤੀ ਸੀ। ਉਹ ਜਲਦੀ ਕੋਈ ਨਹੀਂ ਸੀ ਬਜਟ ਪਾਸ ਕਰਨ ਦੀ। ਅੱਜ ਅਮਰੀਕਾ ਦੇ ਵਿੱਚੋਂ ਇੱਕ ਵਾਰੀ ਫੇਰ ਐਗਜ਼ਾਮਪਲ ਤੁਹਾਡੇ ਸਾਹਮਣੇ ਆਈ ਹੈ ਕਿ ਬਜਟ ਜਿਹੜਾ ਉਹ ਰੋਕਿਆ ਜਾ ਸਕਦਾ। ਬਹਰਹਾਲ ਜਿਹੜਾ ਕੰਮ ਹੋ ਗਿਆ, ਲੇਕਿਨ ਆਇੰਦਾ ਵਾਸਤੇ ਕਿਉਂਕਿ ਉਹਦੇ ਚੌਧਰੀ ਸਾਹਿਬ ਦੇ ਮਫਾਦ ਸਨ, ਉਹਨਾਂ ਨੇ ਬਜਟ ਪਾਸ ਕਰਵਾ ਕੇ ਆਪਣੇ ਕੰਮ ਪਾਉਣੇ ਸਨ ਤੇ ਅਸੀਂ ਵੀ ਛੇਤੀ ਬਜਟ ਦੇ ਉੱਤੇ ਮੋਹਰਾਂ ਲਾ ਕੇ ਤੇ ਨਾਲ ਹੀ ਸ਼ਾਮਿਲ ਹੋਏ ਸਾਂ। ਲੇਕਿਨ ਚਲੋ ਜੀ, ਹੁਣ ਜ਼ਰਾ ਆ ਜਾਈਏ ਜਿਹੜਾ 20 ਨਕਾਤੀ ਫਾਰਮੂਲਾ ਹੈ ਉਹਦੇ ਤੇ ਹਾਫਿਜ਼ ਤਾਹਿਰ ਮਹਿਮੂਦ ਅਸ਼ਰਫੀ ਸਾਹਿਬ ਜਿਹੜੇ ਨੇ ਉਹ ਲਾਂਚ ਹੋਏ ਨੇ, ਮਤਲਬ ਕਿ ਮੁਕੰਮਲ ਆ ਕੇ ਉਹਨਾਂ ਨੇ ਉਹਦਾ ਦਿਫਾਅ ਕੀਤਾ। ਉਹਨਾਂ ਆਖਿਆ ਵੀ ਹਟ ਜਾਓ ਪਾਸੇ ਇਹ ਖੈਰ ਸਗਾਲੀ ਦੇ ਤੌਰ ਤੇ। ਜਿਵੇਂ ਤੁਹਾਨੂੰ ਯਾਦ ਹੈ ਕਿ ਇਸਾਕ ਡਾਰ ਸਾਹਿਬ ਨੇ ਆ ਕੇ ਆਖਿਆ ਸੀ ਕਿ ਅਸੀਂ ਤੇ ਅੱਲਾ ਦੀ ਰਜ਼ਾ ਵਾਸਤੇ ਕੀਤਾ, ਯਾਦ ਹੈ ਨਾ ਤੁਹਾਨੂੰ। ਤੇ ਹੁਣ ਤਾਹਿਰ ਅਸ਼ਰਫੀ ਸਾਹਿਬ ਵੀ ਉਹੀ ਗੱਲ ਆਖ ਰਹੇ ਨੇ। ਉਹਨਾਂ ਨੇ ਕਿਹਾ ਵੀ ਇੱਥੇ ਹਰ ਬੰਦਾ ਇਹਦੇ ਤੇ ਸਿਆਸਤ ਸ਼ੁਰੂ ਕਰ ਦਿੰਦਾ ਹੈ, ਇਹਦੇ ਤੇ ਤੁਹਾਡੀ ਮਿਹਰਬਾਨੀ ਸਿਆਸਤ ਨਾ ਕਰੋ, ਇਹ ਇੱਕ ਚੰਗਾ ਕੰਮ ਹੈ। ਤੇ ਅਸੀਂ ਤੇ ਖੈਰ ਸਗਾਲੀ 'ਚ ਹਕੂਮਤ ਨੇ ਇਹਨੂੰ ਕਬੂਲ ਕਰ ਲਿਆ ਸੀ। ਹੁਣ ਮੁਸੀਬਤ ਇਹ ਕਿ ਤਾਹਿਰ ਅਸ਼ਰਫੀ ਸਾਹਿਬ ਨੂੰ ਵੀ ਸਮਝ ਨਹੀਂ ਆਉਣ ਡਈ ਵੀ ਇਹਦਾ ਦਿਫਾਅ ਕਿਵੇਂ ਕਰਨਾ ਹੈ। ਉਹਦੀ ਵਜ੍ਹਾ ਵੀ ਪਿੱਛੋਂ ਪਾਰਟੀਆਂ ਜਿਹੜੀਆਂ ਨਿਕਲ ਗਈਆਂ ਨੇ ਸਾਰੀਆਂ, ਅਰਬ ਮਮਾਲਿਕ ਦੇ ਜਿਹੜੇ ਸਰਬਰਾਹ ਨੇ ਉਹਨਾਂ ਨੇ ਵੀ ਹੱਥ ਖਿੱਚ ਲਿਆ, ਹਮਾਸ ਨੇ ਵੀ ਕਿਹਾ ਵੀ ਇਸ ਤਰ੍ਹਾਂ ਸਾਨੂੰ ਇਹ ਕਾਬਲੇ ਕਬੂਲ ਨਹੀਂ ਹੈ। ਹੁਣ ਇਹਦੇ ਵਿੱਚ ਇਹ ਸੋਚੀ ਪੈ ਗਏ ਨੇ ਵੀ ਅਸੀਂ ਕੀ ਕਰ ਬੈਠੇ। ਤੇ ਸ਼ਹਿਬਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਤਾਂ ਦੇ ਬੈਠੇ ਨੇ ਜਨਾਬ ਆਪਣੀਆਂ ਸਟੇਟਮੈਂਟਾਂ ਉਸੇ ਦੀਆਂ ਉਸੇ ਹੀ, ਮਤਲਬ ਉਹਨਾਂ ਨੂੰ ਤਾਂ ਪਰਵਾਹ ਹੀ ਕੋਈ ਨਹੀਂ। ਉਹ ਤੇ ਉਹਨਾਂ ਨੇ ਆਪਣਾ ਜਿਹੜਾ ਟਵਿੱਟਰ ਅਕਾਊਂਟ ਹੈ ਉਹ ਵੀ ਰੀਟਰੈਕਟ ਨਹੀਂ ਕੀਤਾ। ਕਿਹਾ ਵੀ ਜਾ ਰਿਹਾ ਕਿ ਫਿਰ ਰੀਟਰੈਕਟ ਕਰ ਲਓ ਆਪਣੀ ਸਟੇਟਮੈਂਟ ਅਗਰ ਪਹਿਲਾਂ ਦੇ ਦਿੱਤੀ ਸੀ, ਲੇਕਿਨ ਉਹਦੇ ਤੇ ਨਹੀਂ ਆ ਰਹੇ। ਬਾਰ-ਬਾਰ ਕਹਿ ਰਹੇ ਨੇ ਕਿ ਉਹ ਮਸਵਦਾ ਹੋਰ ਸੀ, ਇਹ ਮਸਵਦਾ ਹੋਰ ਹੈ। ਬਈ ਅਗਰ ਮਸਵਦਾ ਹੋ ਰਿਹਾ ਤਾਂ ਆਪਣਾ ਟਵੀਟ ਡਿਲੀਟ ਕਰ ਲਓ ਜਾਂ ਕਹੋ ਕਿ ਸਾਨੂੰ ਉਹ ਕਬੂਲ ਨਹੀਂ। ਸਦਰ ਟਰੰਪ ਨੂੰ ਵੀ ਰਾਜ਼ੀ ਕਰ ਦਿੱਤਾ ਤੇ ਹੁਣ ਪਾਕਿਸਤਾਨੀਆਂ ਨੂੰ ਵੀ ਬੇਵਕੂਫ ਬਣਾ ਰਹੇ ਨੇ। ਦੂਸਰੇ ਲਫ਼ਜ਼ਾਂ ਦੇ ਵਿੱਚ ਇਸ ਸਾਰੇ ਕੰਮ ਨੂੰ ਇਹਨਾਂ ਨੇ ਮੰਨ ਲਿਆ ਹੈ, ਸਿਰਫ ਹੁਣ ਇੱਥੇ ਲਿੱਤਰਾਂ ਦੇ ਡਰ ਤੋਂ ਲੋਕਾਂ ਦੇ ਸਾਹਮਣੇ ਮੰਨ ਨਹੀਂ ਰਹੇ। ਇਹ ਹੁਣ ਸੂਰਤ-ਏ-ਹਾਲ ਜਿਹੜੀ ਹੈ ਇਹ ਤਾਂ ਚੱਲ ਹੀ ਰਹੀ ਹੈ, ਲੇਕਿਨ ਜ਼ਰਾ ਭਾ ਜਾਵੇਦ ਚੌਧਰੀ ਸਾਹਿਬ ਦੀ ਗੱਲ ਕਰ ਲਈਏ। ਜਾਵੇਦ ਚੌਧਰੀ ਸਾਹਿਬ ਨੇ ਕੱਲ੍ਹ ਜਦੋਂ ਵੇਖਿਆ ਵੀ ਹਕੂਮਤ ਨੇ, ਫੀਲਡ ਮਾਰਸ਼ਲ ਸਾਹਿਬ ਨੇ, ਸਭ ਤੋਂ ਪਹਿਲਾਂ ਜਾਵੇਦ ਚੌਧਰੀ ਸਾਹਿਬ ਲੰਗੋਟਾ ਕੱਸ ਕੇ ਆਏ ਸਨ ਮਾਰਕੀਟ ਦੇ ਵਿੱਚ। ਉਹਨਾਂ ਨੇ ਜਿਸ ਵੇਲੇ ਵੇਖਿਆ ਕਿ ਫੀਲਡ ਮਾਰਸ਼ਲ ਸਾਹਿਬ ਉੱਥੇ ਹਾਂ ਕਰ ਆਏ ਨੇ, ਨਿੱਕੀ ਜੀ ਹਾਂ ਕਰ ਆਏ ਨੇ, ਬਲਕਿ ਵੱਡੀ ਜੀ ਹਾਂ ਕਰ ਆਏ ਨੇ, ਤੇ ਤੁਹਾਨੂੰ ਪਤਾ ਫਿਰ ਜੇਦਾ ਜੀ ਦੀ ਤੇ ਅਖਲਾਕੀ ਪਤਾ ਨਹੀਂ ਕਿਹੜੀ ਜ਼ਿੰਮੇਵਾਰੀ ਹੈ ਨਾ ਕਿ ਉਹ ਸਰ ਧੜ ਦੀ ਬਾਜ਼ੀ ਲਾ ਦੇਣ, ਭਾਵੇਂ ਲੰਗੋਟਾ ਖੁੱਲ੍ਹ ਜਾਏ ਬਾਜ਼ੀ ਲਾਉਂਦੇ ਆ। ਤੁਸੀਂ ਜ਼ਰਾ ਸੋਚੋ ਵੀ ਜਾਵੇਦ ਚੌਧਰੀ ਸਾਹਿਬ ਨੇ ਸਰ ਧੜ ਦੀ ਬਾਜ਼ੀ ਲਾਈ ਹੈ, ਜਿਹਨੂੰ ਉਲਟਬਾਜ਼ੀ ਕਹਿੰਦੇ ਨੇ, ਤੇ ਵਿੱਚ ਲੰਗੋਟਾ ਖੁੱਲ੍ਹ ਗਿਆ ਜਾਵੇਦ ਚੌਧਰੀ ਸਾਹਿਬ ਦਾ, ਬਸ ਫਿਰ ਅੱਗੇ ਅੱਲਾ ਹੀ ਹਾਫਿਜ਼ ਹੈ। ਤੇ ਉਹ ਵਾਕਈ ਲੰਗੋਟਾ ਖੁੱਲ੍ਹ ਗਿਆ ਜੇ। ਉਹ ਜਿਹੜਾ ਲੰਗੋਟ ਖੁੱਲ੍ਹਿਆ ਨਾ ਉਹਦੇ ਨਾਲ ਹੁਣ ਜੇਦਾ ਜੀ ਨੂੰ ਸਮਝ ਨਹੀਂ ਆਉਣ ਦੀ ਵੀ ਕਰੀਏ ਕੀ। ਜੇਦਾ ਜੀ ਨੇ ਕੱਲ੍ਹ ਜਨਾਬ ਪਹਿਲਾਂ ਜ਼ਰਾ ਤੁਹਾਨੂੰ ਕਲਿੱਪ ਵਿਖਾਉਣਾ, ਉਹਦੇ 'ਚ ਜੇਦਾ ਜੀ ਨੇ ਕੱਲ੍ਹ ਕਿਹਾ ਕਿ ਬਈ ਕੀ ਹਰਜ ਹੈ ਇਸਰਾਈਲ ਨੂੰ ਮੰਨਣ ਦਾ ਅਗਰ ਦੂਜੇ ਮੁਸਲਮਾਨ ਮੁਲਕ ਮੰਨਦੇ ਨੇ। ਉਹਦੇ ਇਰਦ ਗਿਰਦ ਇੰਨੇ ਸਾਰੇ ਮੁਲਕ ਨੇ, ਉਹ ਸਾਰੇ ਮੰਨ ਰਹੇ ਨੇ ਇਸਲਾਮ, ਮੁਸਲਮਾਨ ਮੁਲਕ, ਤੇ ਅਸੀਂ ਤਾਂ ਬੜੇ ਦੂਰ ਹੈ, ਸਾਨੂੰ ਕੀ ਤਕਲੀਫ ਹੈ, ਮੰਨੋ ਇਸਰਾइल ਨੂੰ, क्यों नहीं मानते? सुनो जरा। इसको पाकिस्तान तहरीक इंसाफ बहुत ज़्यादा प्ले अप कर रही है। वो कह रही है देखो इन्होंने इसराइल को मान लिया और गवर्नमेंट यही चाहती थी, इसलिए इमरान खान को जेल के अंदर रखा गया था। लेकिन मसला ये है कि इसको सिर्फ पाकिस्तान नहीं मान रहा है, इसको सारी मुस्लिम उम्मा मार रहे हैं। तो जब ये सारे इस्लामी मुल्क, बड़े इस्लामी मुल्क जिनके साथ कन्फ्लिक्ट है, ये ज़हन में रखे कि इसराइल के आगे पीछे 22 इस्लामी मुल्क हैं और ये 22 इस्लामी मुल्क अगर तस्लीम कर रहे हैं जो उसके करीब तरीन है, तो फिर हमें क्या एतराज़ हो सकता है? हम तो बहुत दूर बैठे हुए हैं। सुन लिया जी। ਹੁਣ ਜੇਦਾ ਜੀ ਨੇ ਤੇ ਮੇਰਾ ਮਤਲਬ ਗੇਮ ਬੰਦ ਦਿੱਤੀ। ਜੇਦਾ ਜੀ ਤੇ ਖਲੋ ਗਏ, ਉਹਨਾਂ ਨੇ ਤੇ ਨੀਤ ਲਈ ਪਿੱਛੇ ਫੀਲਡ ਮਾਰਸ਼ਲ ਸਾਹਿਬ ਦੇ। ਅੱਗੋਂ ਜਿਹੜੇ ਅਰਬੀ ਬੜੇ ਸਾਰੇ ਮੁਲਕ ਸਨ ਉਹ ਪਾਸੇ ਹੋ ਗਏ, ਹਮਾਸ ਪਾਸੇ ਹੋ ਗਈ। ਉਸ ਤੋਂ ਬਾਅਦ ਇਸਾਕ ਡਾਰ ਸਾਹਿਬ ਨੂੰ ਬਿਆਨ ਦੇਣਾ ਪਿਆ ਕਿ ਇਹ ਉਹ ਮਸਵਦਾ ਨਹੀਂ ਜਿਹੜਾ ਅਸੀਂ ਅਗਰੀ ਕੀਤਾ ਸੀ। ਹੁਣ ਜੇਦਾ ਜੀ ਫਸ ਗਏ। ਜੇਦਾ ਜੀ ਨੇ ਵੀ ਆਪਣੀ ਪੋਜੀਸ਼ਨ ਬਦਲ ਲਈ। ਮੈਂ ਦੱਸਿਆ ਨਾ ਵੀ ਉਲਟਬਾਜ਼ੀ ਖਾ ਲਈ ਜੇਦਾ ਜੀ ਨੇ, ਭਾਵੇਂ ਉਹਦੇ ਵਿੱਚ ਲੰਗੋਟ ਖੁੱਲ੍ਹ ਕੇ ਤੇ ਨੰਗੇ ਹੋ ਗਏ ਬਿਲਕੁਲ। ਹੁਣ ਜੇਦਾ ਜੀ ਨੇ ਨਵੀਂ ਪੋਜੀਸ਼ਨ ਇਹ ਕਹੀ ਹੈ ਕਿ ਇਸ ਮੁਆਹਦੇ ਨੂੰ ਮੰਨਣ ਦਾ ਮਤਲਬ ਤੇ ਵੀ ਸਾਰਾ ਫਲਸਤੀਨ ਉਹਨਾਂ ਨੂੰ ਦੇ ਦਈਏ। ਇਹ ਜ਼ਰਾ ਵੇਖੋ, वहाँ पे हमास है और हमास एक वाहिद डिफेंस है गजा की। और हमास ये ज़हन में रखो कि ये बाहर से आई हुई जमात नहीं है, ये उनके अपने लोग हैं, गजा के लोग हैं, और उन्होंने ये जमात बनाई और उसके बाद ये पॉलिटिकल जमात भी है, वहाँ पे बाकायदा इक़्तिदार में ये रही है और इक़्तिदार के अंदर इनका हमेशा शेयर भी रहा है। अब उन्हीं का एक अस्करी विंग है और जो ज़ाहिर असलाह भी लेता है पूरी दुनिया से, और उसके बाद वो अपने इलाके की हिफाजत भी करता है। तो जब कहा यह जा रहा है कि जी उससे पाक किया जाएगा, तो इसका मतलब ये हुआ कि हमास जो है उसको और हिजबुल्लाह इससे मुकम्मल तौर पर वहाँ पर फारग किया जाएगा। ये पॉलिटिकल एक्टिविटीज़ नहीं कर सकेगी और ये अस्करी एक्टिविटीज़ नहीं कर सकेगी। तो जब ये हो जाएगा तो फिर ये बिल्कुल ऐसा ही है कि जैसे गजा के अंदर मुकम्मल तौर पर इसराइल को तस्लीम कर लिया जाए। ਵੇਖ ਲਿਆ ਜੀ। ਹੁਣ ਇਹ ਇੱਕ ਹੀ ਜਾਵੇਦ ਚੌਧਰੀ ਸਾਹਿਬ ਨੇ 24 ਘੰਟੇ ਦੀਆਂ 2 ਸਟੇਟਮੈਂਟਾਂ ਨੇ।
ਇਹ ਤੁਸੀਂ ਵੇਖੋ ਗਿਰਗਟ ਵੀ ਐਡੀ ਛੇਤੀ ਰੰਗ ਨਹੀਂ ਬਦਲਦੀ ਜਿੰਨੀ ਤੇਜ਼ੀ ਨਾਲ ਸਾਡੇ ਦੋਸਤ ਰੰਗ ਬਦਲਦੇ ਨੇ। ਫਿਰ ਅਸੀਂ ਆਨੇ ਹਾਂ ਕਿ ਮੀਡੀਆ ਦੇ ਦੋਸਤਾਂ ਦਾ ਬੜਾ ਇਹਤਰਾਮ ਕਰਨਾ ਚਾਹੀਦਾ ਹੈ, ਸੱਜਣ ਨੇ ਸਾਡੇ, ਲੇਕਿਨ ਮੀਡੀਆ ਦੇ ਦੋਸਤ ਆਪ ਵੀ ਆਪਣੀਆਂ ਹਰਕਤਾਂ ਦੇ ਉੱਤੇ ਖਿਆਲ ਨਹੀਂ ਕਰਦੇ। ਕੋਈ ਯਾਰ ਥੋੜ੍ਹਾ ਜਿਹਾ ਤਾਂ ਖਿਆਲ ਕਰੋ। ਕੋਈ ਮੇਰਾ ਮਤਲਬ ਹੈ ਕਿ 2 ਦਿਨ ਤਾਂ ਕੱਢੋ, ਤੁਹਾਡੀ ਮਿਹਰਬਾਨੀ ਹੈ। ਆਪਣੀ ਕਿਸੇ ਵੀ ਸਟੇਟਮੈਂਟ ਦੇ ਉੱਤੇ 2 ਦਿਨ ਤੇ ਕੱਢੋ। ਤੁਸੀਂ 2 ਦਿਨ ਵੀ ਨਹੀਂ ਕੱਢਦੇ, ਉਹਨੂੰ ਫੌਰੀ ਤੌਰ ਤੇ ਚੇਂਜ ਕਰ ਦਿੰਦੇ ਹੋ। ਅੱਛਾ ਜੀ, ਅੱਗੇ ਚੱਲਨੇ। ਅੱਗੋਂ ਪੀਪਲਸ ਪਾਰਟੀ ਤੇ ਨੂਨ ਲੀਗ ਦੀ ਆਪੋ ਦੇ ਵਿੱਚ ਬੜੀ ਸ਼ਦੀਦ ਲੜਾਈ ਹੋ ਰਹੀ ਹੈ। ਅਜ਼ਮਾ ਬੁਖਾਰੀ ਨੇ ਆਖਿਆ ਵੀ ਕਤੀ ਤੌਰ ਤੇ ਮਰੀਮ ਨਵਾਜ਼ ਮਾਫੀ ਨਹੀਂ ਮੰਗੇਗੀ। ਜਿਹੜੇ ਪੀਪਲਸ ਪਾਰਟੀ ਦੇ ਬੜੇ ਬੜੇ ਸਰਗਨਾ ਨੇ ਉਹ ਆਉਂਦੇ ਨੇ ਮਰੀਮ ਨਵਾਜ਼ ਨੇ ਸਾਡੇ ਖਿਲਾਫ ਗੱਲ ਕੀਤੀ ਹੈ ਕਿ ਉਂਗਲੀਆਂ ਤੋੜ ਦਾਂਗੀ ਅਗਰ ਪੰਜਾਬ ਵੱਲ ਕਿਸੇ ਨੇ ਤਨਕੀਦ ਕੀਤੀ ਤੇ ਸਾਡੇ ਕੋਲੋਂ ਮਾਫੀ ਮੰਗੀ ਜਾਏ। ਉਹ ਆਉਂਦੇ ਨੇ ਤੁਸੀਂ ਮਰੀਮ ਨਵਾਜ਼ ਨੂੰ ਮਾਨੋ ਬਿੱਲੀ ਵਾਲਾ ਮੇਕਅਪ ਆਖਿਆ, ਉਹ ਤੇ ਮਾਫੀ ਮੰਗੋ। ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ, ਰੌਲਾ ਇੱਕੋ ਹੀ ਹੈ ਕਿ ਇਹਨਾਂ ਨੇ ਜਿਵੇਂ ਅੱਜ ਬਹੁਤ ਸਾਰੀਆਂ ਹੋਰ ਖਬਰਾਂ ਮਾਰਕੀਟ ਛੱਡੀਆਂ PTI ਦੇ ਬਾਰੇ ਤਾਂ ਕਿ ਡਿਸਕਸ਼ਨ ਉਹਨਾਂ 'ਤੇ ਰਵੇ। ਔਰ ਜਿਹੜੇ ਲਾਰਜਰ ਇਸ਼ੂਜ਼ ਨੇ, ਕਸ਼ਮੀਰ ਦਾ ਇਸ਼ੂ ਅੱਗੋਂ ਦੱਸਨੇ ਤੁਹਾਨੂੰ, ਕਸ਼ਮੀਰ ਦਾ ਇਸ਼ੂ ਹੈ, ਜਿਹੜਾ ਦੂਸਰੇ ਇਸ਼ੂਜ਼ ਨੇ ਮਸਲਾ ਅਮਨ ਮੁਆਹਦੇ ਦਾ ਇਸ਼ੂ ਹੈ, ਐਕਸਟੈਂਸ਼ਨ ਦਾ ਇਸ਼ੂ ਹੈ ਚੌਧਰੀ ਸਾਹਿਬ ਦਾ, ਉਹਦੇ ਉੱਤੇ ਕੋਈ ਗੱਲ ਨਾ ਹੋਵੇ, ਕਿਉਂਕਿ ਜਦੋਂ ਉੱਧਰ ਗੱਲ ਹੁੰਦੀ ਹੈ ਤੇ ਇਹਨਾਂ ਦੇ ਪੈਰ ਸੜਦੇ ਨੇ। ਇਸ ਲਈ ਇਹ ਇੱਕ ਨੂਰਾ ਕੁਸ਼ਤੀ ਚੱਲ ਰਹੀ ਹੈ। ਤੇ ਹੁਣ ਤੇ ਬਾਕਾਇਦਾ ਮਰੀਮ ਨਵਾਜ਼ ਦੇ ਖਿਲਾਫ ਅੱਜ ਸਿੰਧ ਬਾਰ ਕੌਂਸਲ ਦੀ ਤਰਫ ਤੋਂ ਹੜਤਾਲ ਦਾ ਵੀ ਐਲਾਨ ਕਰ ਦਿੱਤਾ ਗਿਆ। ਜ਼ਰਾ ਡਰਾਮੇ ਇਹਨਾਂ ਦੇ ਚੈੱਕ ਕਰੋ। ਔਰ ਕੱਲ੍ਹ ਪਰਸੋਂ ਇਹਨਾਂ ਫਿਰ ਇਕੱਠੇ ਹੋ ਜਾਣਾ। ਅੱਜ ਇਹ ਹੜਤਾਲਾਂ ਕਰ ਰਹੇ ਨੇ ਇੱਕ ਦੂਜੇ ਦੇ ਖਿਲਾਫ। ਮਕਸਦ ਇਹ ਹੀ ਹੈ ਕਿ ਚੌਧਰੀ ਸਾਹਿਬ ਨੇ ਇਹਨਾਂ ਨੂੰ ਸਕ੍ਰਿਪਟ ਦਿੱਤਾ ਵੀ ਤੁਸੀਂ ਆਪੋ 'ਚ ਲੜ ਜਾਓ, ਪੈ ਜਾਓ ਇੱਕ ਦੂਜੇ ਨੂੰ, ਤਾਂ ਕਿ ਇਸ ਵੇਲੇ ਜਿਹੜੇ ਅਸਲ ਇਸ਼ੂ ਨੇ ਉਹਨਾਂ 'ਤੇ ਗੱਲ ਨਾ ਹੋਵੇ। PTI ਦੇ ਵਿੱਚ ਵੀ ਲੜਾਈ ਕਰਾਤੀ ਹੈ, ਨੂਨ ਔਰ ਪੀਪਲਸ ਪਾਰਟੀ ਨੂੰ ਵੀ ਲੜਾਈ ਕਰਾਤੀ ਹੈ। ਇਹ ਜੇ ਸਾਡੇ ਚੌਧਰੀ ਦੇ ਕੰਮ। ਤੇ ਦੂਜੇ ਪਾਸੇ ਕਸ਼ਮੀਰ 'ਚ ਕੀ ਹੋਣ ਡਿਆ ਉਹ ਤੁਹਾਨੂੰ ਪਤਾ ਹੀ ਹੈ। ਉੱਥੇ ਜਿਹੜੇ ਸ਼ੌਕਤ ਸਾਹਿਬ ਨੇ, ਸ਼ੌਕਤ ਮੀਰ ਸਾਹਿਬ, ਉਹਨਾਂ ਨੇ ਹੁਣ ਬਿਆਨ ਦਿੱਤਾ ਹੈ ਕਿ ਉੱਥੇ ਬ੍ਰਿਗੇਡੀਅਰ ਸਾਹਿਬ ਜਿਹੜੇ ਫਾਇਕ ਸਾਹਿਬ ਗਏ ਨੇ, ਉਹਨਾਂ ਨੇ ਸਾਡੇ ਨਾਲ ਇਹ ਕੁਝ ਕੀਤਾ। ਉਹਨਾਂ ਨੇ ਤਕਰੀਰਾਂ ਕਰ ਦਿੱਤੀਆਂ ਨੇ। ਇਹ ਜ਼ਰਾ 1 ਮਿੰਟ ਦੀ ਤਕਰੀਰ ਹੈ, ਸ਼ਾਇਦ ਉਰਦੂ 'ਚ ਵੀ ਤੁਸੀਂ ਸੁਣੀ ਹੋਵੇ, 1 ਹੀ ਮਿੰਟ ਦੀ ਹੈ। ਇਹ ਜ਼ਰਾ ਸੁਣੋ, ਇੱਥੋਂ ਤੁਹਾਨੂੰ ਸਮਝ ਆਏਗੀ ਵੀ ਉੱਥੇ ਕੀ ਹੋਇਆ, ਕਿਉਂਕਿ ਉੱਥੇ 12 ਬੰਦੇ ਸ਼ਹੀਦ ਕਰ ਦਿੱਤੇ ਨੇ। 12 ਬੰਦੇ ਸ਼ਹੀਦ ਕਰ ਦਿੱਤੇ ਨੇ। ਇਹ 1 ਮਿੰਟ ਦੀ ਤਕਰੀਰ ਹੈ ਉਹਨਾਂ ਦੀ, ਮੇਰੇ ਖਿਆਲ 50 ਸੈਕਿੰਡ ਦੀ। ਇਹ ਸੁਣੋ। तुम ब्रिगेडियर फाइक के कहने पे उसको अपना बाप बनाते हो, ऊपर झूठी खबरें लगाते हो। हमने हमेशा हजारों की इज्जत की, हमने हमेशा पाकिस्तान की सालवियत की बात की, लेकिन आज ISI का एक ब्रिगेडियर फाइक यहाँ पे बैठ के प्लान करके पाकिस्तान के अंदर से 9 मई की तरह का सानिया बनाने के लिए गुंडे लेके आए। उनको असला दे, उनको असला दे और नाते कश्मीरियों के ऊपर वो फायरिंग कराए। तो ब्रिगेडियर भाई, जो तुम ISI का टैग लेके मजे कर रहे हो, हम पूरे अदारे को, फौज को कभी टारगेट नहीं करेंगे। हर इदारे के अंदर इस जैसे गंदे मरदूद लोग मौजूद होते हैं। लिहाजा चीफ ऑफ आर्मी स्टाफ ਸੁਣ ਲਈ ਜੇ। ਇਹ ਹੁਣ ਮਾਮਲਾਤ ਕਸ਼ਮੀਰ ਦੇ ਨੇ, ਨਾਲ ਉਹਦੇ ਸਿਰਫ ਇੰਨੀ ਗੱਲ ਨਹੀਂ, ਇਹ ਮਾਮਲਾਤ ਜਿਹੜੇ ਨੇ ਇਹਨਾਂ ਦੇ ਹੱਥੋਂ ਨਿਕਲ ਰਹੇ ਨੇ। ਔਰ ਬੈਰੂਨੇ ਮੁਲਕ ਜਿਹੜੀਆਂ ਅੰਬੈਸੀਆਂ ਨੇ ਉਹਨਾਂ ਦੇ ਸਾਹਮਣੇ ਵੀ ਆਜ਼ਾਦ ਕਸ਼ਮੀਰ ਦੇ ਔਰ ਮਕਬੂਜ਼ਾ ਕਸ਼ਮੀਰ ਦੇ ਸ਼ਹਿਰੀ ਜਿਹੜੇ ਨੇ ਉਹ ਪਾਕਿਸਤਾਨੀ ਅੰਬੈਸੀਆਂ ਦੇ ਸਾਹਮਣੇ ਹੜਤਾਲ ਕਰਨ ਜਾ ਰਹੇ ਨੇ। ਅੱਛਾ, ਇਹ ਸਾਦੀਆ ਮਜ਼ਹਰ ਸਾਹਿਬਾ ਨੇ ਖਬਰ ਦਿੱਤੀ ਹੈ ਕਿ ਮਰੀਮ ਨਵਾਜ਼ ਸਾਹਿਬਾ ਜਿੱਥੇ ਵੀ ਜਾਂਦੀਆਂ ਨੇ ਉੱਥੇ ਪਰਿੰਦਾ ਪਰ ਨਹੀਂ ਮਾਰ ਸਕਦਾ। ਇੰਤਜ਼ਾਮੀਆਂ ਦੀ ਮਰਜ਼ੀ ਦੇ ਬਗੈਰ ਕੋਈ ਲਾਗੇ ਨਹੀਂ ਲੱਗ ਸਕਦਾ। ਉਹ ਕਹਿੰਦੀਆਂ ਨੇ ਕਿ ਇਹ ਸਾਹੀਵਾਲ ਦੇ ਵਿੱਚ ਇੱਕ ਬੱਚੀ ਅਚਾਨਕ ਸਟੇਜ 'ਤੇ ਕਿਵੇਂ ਪਹੁੰਚ ਗਈ, ਤੇ ਉਹਨੇ ਸਟੇਜ 'ਤੇ ਪਹੁੰਚ ਕੇ ਵੀ ਮਰੀਮ ਸਾਹਿਬਾ ਨੂੰ ਕਿਹਾ ਕਿ ਮੇਰੀ ਮਾਂ ਨੇ ਆਖਿਆ ਸੀ ਵੀ ਮਰੀਮ ਨਵਾਜ਼ ਦਾ ਮੱਥਾ ਚੁੰਮ ਕੇ ਆਈ। ਤੇ ਜਦੋਂ ਅਜੇ ਉਹਨੇ ਆਖਿਆ ਵੀ ਨਹੀਂ ਸੀ ਨਾ, ਤੇ ਬਾਜੀ ਨੇ ਪਹਿਲਾਂ ਹੀ ਪੋਜੀਸ਼ਨ ਲੈ ਲਈ ਸੀ ਕਿ ਮੱਥਾ ਚੁੰਮ ਲੈ। ਇਹ ਜ਼ਰਾ ਵੀਡੀਓ ਵੇਖੋ, ਉਹਨੇ ਅਜੇ ਆਖਿਆ ਨਹੀਂ, ਜਦੋਂ ਆਖਣ ਲੱਗੀ ਹੈ ਨਾ, ਇਹ ਜ਼ਰਾ ਸੁਣਿਓ ਉੱਥੇ ਕੀ ਗੱਲਬਾਤ ਹੋਈ ਹੈ। बदतरीन सैलाब। ओह सो स्वीट। आप रो क्यों रही हो? रो क्यों रही हो बेटा? ख्वाहिश पूरी हुई है ना। ख्वाहिश पूरी हो गई। गॉड ब्लेस यू। कहाँ से आई हो? ऑर्डरवाल से। हाँ, ऑर्डरवाल से। अच्छा, मुझे नहीं समझ आई। मेरी मम्मा ने बोला था हाँ। कि जब आप मिलो तो आप मरीम की माथे को चूमना। ओह सो स्वीट, थैंक यू वेरी मच। ਸੁਣ ਲਈ ਜੇ। ਉਹਨੇ ਆਖਿਆ ਵੀ ਨਹੀਂ ਸੀ ਅਜੇ ਕਿ ਮੱਥਾ ਚੁੰਮਣਾ, ਤੇ ਬਾਜੀ ਨੇ ਪਹਿਲਾਂ ਹੀ ਦੁਪੱਟਾ ਸਿੱਧਾ ਕਰਕੇ, ਸਕ੍ਰਿਪਟ ਸੀ ਨਾ ਪੂਰੇ ਦਾ ਪੂਰਾ, ਤੇ ਬਾਜੀ ਨੇ ਆਖਿਆ ਵੀ ਲੈ ਬਈ ਹੁਣ ਮੱਥਾ ਚੁੰਮਣ ਵਾਲੀ ਗੱਲ ਹੋਣੀ ਹੈ। ਇੱਕ ਤੇ ਪੜ੍ਹੇ ਲਿਖੇ ਨਹੀਂ, ਉੱਤੋਂ ਇਹ ਕੋਸ਼ਿਸ਼ ਨਹੀਂ ਕਰਦੇ, ਤੇ ਉੱਤੋਂ ਇਹਨਾਂ ਦੀ ਕਿਸਮਤ ਮਾੜੀ ਹੈ। ਤੀਸਰੀ ਮੈਂ ਇਹੀ ਕਹਾਂਗਾ ਵੀ ਇਹਨਾਂ ਦੀ ਕਿਸਮਤ ਵੀ ਹੌਲੀ ਹੈ। ਇਹਨਾਂ ਦੇ ਨਾਲ ਇਹ ਸਾਰਾ ਕੁਝ ਜਿਹੜਾ ਉਹ ਇਸੇ ਤਰੀਕੇ ਨਾਲ ਜਿਹੜਾ ਉਹ ਹੁੰਦਾ ਜਾਂਦਾ ਹੈ। ਅੱਛਾ ਜੀ, ਖੈਰ ਮੈਂ ਇਹੀ ਤੁਹਾਨੂੰ ਦੱਸ ਸਕਦਾ ਕਸ਼ਮੀਰ ਦੀ ਗੱਲ ਆਖਰ 'ਤੇ ਗੱਲ ਮੁਕਾਉਣ ਤੋਂ ਪਹਿਲਾਂ ਵੀ ਉੱਥੇ ਹਾਲਾਤ ਬੜੇ ਖ਼ਰਾਬ ਨੇ।
ਅੱਲਾ ਕਰੇ ਕਿ ਇਹਨਾਂ ਨੂੰ ਅਕਲ ਆਵੇ, ਕਿਉਂਕਿ ਉੱਥੇ ਨਾਅਰੇ ਕੀ ਲੱਗ ਰਹੇ ਨੇ, ਡੰਗਰ ਸਾਡੇ ਰੱਸੇ ਤੁਹਾਡੇ ਨਾ ਮਨਜ਼ੂਰ। ਉਹ ਆਂਦੇ ਨੇ ਡੰਗਰ ਸਾਡੇ ਰੱਸੇ ਤੁਹਾਡੇ ਨਾ ਮਨਜ਼ੂਰ। ਇਸ ਤਰ੍ਹਾਂ ਹੀ ਆਂਦੇ ਨੇ ਕੁੱਤੇ ਸਾਡੇ ਪੱਟੇ ਤੁਹਾਡੇ ਨਾ ਮਨਜ਼ੂਰ। ਕਸ਼ਮੀਰ ਇਹਤਜਾਜ ਤੀਜੇ ਦਿਨ 'ਚ ਸ਼ਾਮਿਲ ਹੋ ਗਿਆ। ਅੱਜ ਉਹਨਾਂ ਸਾਰਿਆਂ ਨੂੰ ਆਖਿਆ ਵੀ ਮੁਜ਼ੱਫਰਾਬਾਦ ਪਹੁੰਚੋ। 12 ਉੱਥੇ ਬੰਦੇ ਸ਼ਹੀਦ ਹੋ ਗਏ ਨੇ ਅਤੇ ਆਵਾਮ ਹੋਰ ਜ਼ਿਆਦਾ ਭੜਕ ਗਈ ਹੈ ਔਰ ਆਵਾਮ ਸਾਰੀ ਇਕੱਠੀ ਹੋ ਕੇ ਖਲੋ ਗਈ ਹੈ। ਹੁਣ ਇਹਨਾਂ ਨੂੰ ਮੈਂ ਤੇ ਹੱਥ ਜੋੜ ਕੇ ਅਪੀਲ ਕਰ ਸਕਦਾ ਵੀ ਜੋ ਪੰਜਾਬ 'ਚ ਕੀਤਾ ਜੇ, ਜੋ ਸਿੰਧ 'ਚ ਕੀਤਾ, ਜੋ KP 'ਚ ਕੀਤਾ, ਜੋ ਬਲੋਚਿਸਤਾਨ 'ਚ ਕੀਤਾ, ਖੁਦਾ ਦਾ ਵਾਸਤਾ ਕਸ਼ਮੀਰ 'ਚ ਨਾ ਕਰੋ। ਉੱਥੋਂ ਦੀ ਸੈਂਸਿਟੀਵਿਟੀ ਹੋਰ ਹੈ, ਤੁਹਾਡੀ ਮਿਹਰਬਾਨੀ ਉੱਥੇ ਕੋਈ ਹੋਸ਼ ਦੇ ਨਾਖੂਨ ਲੱਭੋ ਅਤੇ ਅੱਲਾ ਦਾ ਵਾਸਤਾ ਹੈ ਉੱਥੇ ਕਤਲੋ ਗਾਰਤ ਨਾ ਕਰੋ ਜਿਹੜੀ ਕਰ ਰਹੇ ਹੋ, ਕਿਉਂਕਿ ਇੱਥੇ ਮਾਮਲਾਤ ਅਗਰ ਦੂਰ ਚਲੇ ਗਏ ਕਸ਼ਮੀਰ ਵਾਲੇ ਤਾਂ ਇੰਨੇ ਕੁ ਦੂਰ ਚਲੇ ਜਾਣੇ ਨੇ ਕਿ ਬਾਅਦ ਦੇ ਵਿੱਚ ਤੁਹਾਡੇ ਕੋਲੋਂ ਇਹ ਹੱਥਾਂ ਦੀਆਂ ਦਿੱਤੀਆਂ ਹੋਈਆਂ ਜਿਹੜੀਆਂ ਗੰਢਾਂ ਨੇ ਇਹ ਮੂੰਹ ਨਾਲ ਵੀ ਤੁਹਾਡੇ ਕੋਲੋਂ ਨਹੀਂ ਖੁੱਲੀਆਂ ਜਾਣੀਆਂ। ਮੈਨੂੰ ਦਿਓ ਇੱਥੋਂ ਇਜਾਜ਼ਤ ਤੇ ਰੱਬ ਰੱਖਾ।